ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਮਾਝ ਮਹੱਲਾ ਤੀਜਾ। ਮਨ ਮੁਖ ਪੜ੍ਹੇ ਪੰਡਤ ਕਹਾਵੇ, ਦੂਜੇ ਪਾਏ ਮਹਾਂ ਦੁਖ ਪਾਵੈ। ਵਿਖਿਆ ਮਾਤੇ ਕੁਛ ਸੂਝੇ ਨਾਹੀਂ, ਫਿਰ ਫਿਰ ਜੋਨੀ ਆਵਣੀਆਂ। ਹੋਂ ਵਾਰੀ ਜਿਉਂ ਵਾਰੀ, ਹੋਵੇਂ ਮਾਰ ਮਿਲਾਵਣੀਆਂ। ਗੁਰਸੇਵਾ ਤੇ ਹਰ ਮਨ ਵਸਿਆ, ਹਰ ਰਸ ਸਹਿਜ ਪਿਆਵਣੀਆਂ। ਰਹਾਓ। ਵੇਦ ਪੜ੍ਹੇ ਹਰ ਰਸ ਨਹੀਂ ਆਇਆ, ਵਾਦ ਵਿਖਾਣੇ ਮੋਹੇ ਮਾਇਆ। ਅਗਿਆਨ ਮਤੀ ਸਦਾ ਅੰਧਿਆਰਾ, ਗੁਰਮੁਖ ਬੂਝ ਹਰ ਗਾਵਣੀਆਂ। ਕਥੋ ਕਥੀਏ ਸ਼ਬਦ ਸੁਹਾਵੈ, ਗੁਰਮਤੀ ਮਨ ਸੱਚੋ ਭਾਵੈ। ਸੱਚੋ ਸੱਚ ਰਵੇ ਦਿਨ ਰਾਤੀ, ਇਹ ਮਨ ਸੱਚ ਰੰਗਾਵਣੀਆਂ। ਜੋ ਸੱਚ ਰਤੇ ਤਿਨ ਸੱਚੋ ਭਾਵੈ, ਆਪੇ ਦੇ ਨ ਪਛੋਤਾਵੈ। ਗੁਰ ਕੇ ਸ਼ਬਦ ਸਦਾ ਸੱਚ ਜਾਤਾ, ਮਿਲ ਸੱਚੇ ਸੁਖ ਪਾਵਣੀਆਂ। ਕੂੜ ਕਸਤ ਤਿਨਾ ਮੈਲ ਨ ਲਾਗੇ, ਗੁਰ ਪ੍ਰਸਾਦੀ ਅੰਧਨ ਜਾਗੇ। ਨਿਰਮਲ ਨਾਮ ਵਸੇ ਘਟ ਭੀਤਰ, ਜੋਤੀ ਜੋਤ ਮਿਲਾਵਣੀਆਂ। ਤ੍ਰੈ ਗੁਣ ਪੜ੍ਹੇ ਹਰ ਤਤ ਨ ਜਾਣੇ, ਮੂਲੋਂ ਭੂਲੇ ਗੁਰ ਸ਼ਬਦ ਨ ਪਛਾਣੇ। ਮੋਹ ਵਿਆਪੇ ਕੁਛ ਸੂਝੇ ਨਾਹੀਂ, ਗੁਰ ਸ਼ਬਦੀ ਹਰ ਪਾਵਣੀਆਂ। ਵੇਦ ਪੁਕਾਰੇ ਤ੍ਰਿਪਦ ਮਾਇਆ, ਮਨ ਮੁਖ ਨ ਬੂਝੇ ਦੂਜੇ ਪਾਇਆ। ਤ੍ਰੈ ਗੁਣ ਪੜ੍ਹੇ ਹਰ ਇੱਕ ਨ ਜਾਣੇ, ਬਿਨ ਬੂਝੇ ਦੁਖ ਪਾਵਣੀਆਂ। ਜਾ ਤੁਧ ਭਾਵੇ ਤਾਂ ਆਪ ਮਿਲਾਏ, ਗੁਰ ਸ਼ਬਦੀ ਸਹਿਸਾ ਦੁਖ ਚੁਕਾਏ। ਨਾਨਕ ਨਾਵੇਂ ਕੀ ਸੱਚੀ ਵਡਿਆਈ, ਨਾਮੋ ਮਨ ਸੁਖ ਪਾਵਣੀਆਂ। ਜਾ ਤਿਸ ਭਾਵੇ ਤਾਂ ਆਪ ਮਿਲਾਏ, ਗੁਰ ਸ਼ਬਦੀ ਸਹਿਸਾ ਦੁਖ ਚੁਕਾਏ। ਨਾਨਕ ਨਾਵੇਂ ਕੀ ਸੱਚੀ ਵਡਿਆਈ, ਨਾਮੋ ਮਨ ਸੁਖ ਪਾਵਣੀਆਂ। ਗੁਰੂ ਜੀ ਕਹਿੰਦੇ ਹਨ ਕਿ ਮਨਮੁਖ ਸ਼ਾਸਤਰਾਂ ਨੂੰ ਪੜ੍ਹ ਕੇ ਆਪਣੇ ਆਪ ਨੂੰ ਪੰਡਤ ਅਖਵਾਉਂਦੇ ਹਨ, ਪਰ ਹਉਮੈ ਵਿੱਚ ਪੜ੍ਹਿਆ ਗਿਆਨ ਸਗੋਂ ਅਹੰਕਾਰ ਨੂੰ ਵਧਾਉਂਦਾ ਹੈ ਜੀ, ਅਤੇ ਦੁਖਦਾਈ ਸਾਬਤ ਹੁੰਦਾ ਹੈ ਜੀ। ਹਉਮੈ ਦੂਜੇ ਪਾਏ ਵਿੱਚ ਫਸਿਆ ਮਨਮੁਖ ਆਪਣੇ ਮੂਲ ਦੀ ਸੋਝੀ ਨਹੀਂ ਪਾ ਸਕਦਾ ਜੀ, ਸਗੋਂ ਮੁੜ ਮੁੜ ਆਪਣੇ ਅਹੰਕਾਰ ਨੂੰ ਵਧਾ ਕੇ ਆਪਣੇ ਆਪ ਨੂੰ ਦੁਹਰਾਉਂਦਾ ਰਹਿੰਦਾ ਹੈ ਜੀ। ਵਾਰਨੇ ਅਤੇ ਸਦਕੇ ਉਹਨਾਂ ਗੁਰਮੁਖਾਂ ਤੋਂ ਜੋ ਆਪਣੀ ਹਉਮੈ ਨੂੰ ਮਾਰ ਕੇ ਇੱਕ ਮਨ ਇੱਕ ਚਿੱਤ ਹੋ ਕੇ, ਯਾਨੀ ਪੂਰਨ ਬ੍ਰਹਮ ਹੋ ਕੇ ਸਹਿਜ ਪਦ ਨੂੰ ਉਪਲੇਦ ਲੈਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਸਹਿਜ ਅਵਸਥਾ ਸ਼ਾਸਤਰਾਂ ਨੂੰ ਪੜ੍ਹ ਕੇ ਹਾਸਲ ਨਹੀਂ ਹੁੰਦੀ। ਸ਼ਾਸਤਰਾਂ ਦਾ ਉਚਾਰਨ ਮੋਹ ਮਾਇਆ ਦਾ ਕਾਰਨ ਬਣ ਜਾਂਦਾ ਹੈ ਜੀ। ਜੋ ਮਨ ਆਪਣੇ ਮੂਲ ਹਰ ਨੂੰ ਨਹੀਂ ਪਹਿਚਾਣਦਾ, ਉਹ ਅਗਿਆਨਤਾ ਦੇ ਹਨੇਰੇ ਵਿੱਚ ਹੀ ਰਹੇਗਾ, ਭਾਵੇਂ ਕਿਤਨੇ ਸ਼ਾਸਤਰ ਧਰਮ ਪੁਸਤਕਾਂ ਪੜ੍ਹ ਲਵੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਉਹ ਅਕਥ ਹਰ ਨੂੰ, ਆਪਣੇ ਮੂਲ ਨੂੰ ਕੇਵਲ ਗੁਰੂ ਦੇ ਸੁਹਾਵਣੇ ਸੋਹਣੇ ਸ਼ੁਭ ਗੁਰ ਸ਼ਬਦ ਗੁਰਬਾਣੀ ਨੂੰ ਮਨ ਵਿੱਚ ਵਸਾ ਕੇ, ਗੁਰਮਤਿ ਅਪਣਾ ਕੇ ਕਥਿਆ ਜਾ ਸਕਦਾ ਹੈ ਜੀ, ਭਾਵ ਮਹਿਸੂਸ ਕੀਤਾ ਜਾ ਸਕਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜੋ ਆਪਣੇ ਸੱਚ ਯਾਨੀ ਆਪਣੇ ਮੂਲ ਵਿੱਚ ਰੰਗੇ ਹੋਏ ਹਨ,
ਜਾਣੀ ਜਿਨ੍ਹਾਂ ਨੇ ਆਪਣੇ ਮੂਲ ਨਾਲ ਪਿਆਰ ਪਾ ਲਿਆ ਹੈ, ਉਹਨਾਂ ਨੂੰ ਆਪ ਛੱਡ ਕੇ ਕੋਈ ਪਛਤਾਵਾ ਨਹੀਂ ਹੁੰਦਾ, ਕਿਉਂਕਿ ਉਹਨਾਂ ਨੂੰ ਆਪ ਹਰ ਦਾਤਾਂ ਬਖਸ਼ਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹਰ ਦਾ ਸਾਰ ਤ੍ਰੈਗੁਣੀ ਮਾਇਆ ਦੀ ਅੱਖ ਤੋਂ ਨਹੀਂ ਦੇਖਿਆ ਜਾ ਸਕਦਾ, ਕਿਉਂਕਿ ਇਹ ਹਰ ਸਾਡਾ ਅਸਲ ਇੰਦਰੀਆਂ ਤੋਂ ਪਰੇ ਹੈ ਜੀ। ਮਨੁੱਖ ਦੀ ਮੁੱਢਲੀ ਭੁੱਲ ਇਹ ਹੈ ਕਿ ਉਹ ਇਸ ਗੱਲ ਨੂੰ ਨਹੀਂ ਸਮਝਦਾ ਕਿ ਆਪਣੇ ਮੂਲ ਦੀ ਪ੍ਰਤੀਤੀ ਕੇਵਲ ਗੁਰਸ਼ਬਦ ਗੁਰਬਾਣੀ ਰਾਹੀਂ ਹੀ ਮਿਲਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਤ੍ਰੈਗੁਣ ਸ਼ਾਸਤਰਾਂ ਦਾ ਪਾਠ ਭਾਵੇਂ ਉੱਚੀ ਕੀਤਾ ਜਾਵੇ, ਜੇਕਰ ਹਉਮੈ ਸ਼ਾਮਲ ਹੈ ਤਾਂ ਵਿਅਰਥ ਹੈ, ਕਿਉਂਕਿ ਫਿਰ ਉਸ ਇੱਕ ਦੀ ਸੋਝੀ ਨਹੀਂ ਹੁੰਦੀ। ਮਨ ਦੇ ਪਾਠ ਕਰਨ ਦਾ ਮਕਸਦ ਹੀ ਹਉਮੈ ਦੀ ਪੂਰਤੀ ਕਰਨਾ ਬਣ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜਦੋਂ ਮਨ ਅੰਦਰ ਗੁਰਸ਼ਬਦ ਗੁਰਬਾਣੀ ਦੁਆਰਾ ਭਗਤੀ ਦੇ ਪਿਆਰ ਭਰੀ ਭਾਵਨਾ ਉੱਠਦੀ ਹੈ ਤਾਂ ਹਰ ਆਪ ਮਿਲਾਪ ਕਰ ਦਿੰਦਾ ਹੈ ਜੀ। ਗੁਰੂ ਜੀ ਦਾ ਫਰਮਾਨ ਹੈ ਕਿ ਹਰ ਦੇ ਗੁਣ ਸਭ ਤੋਂ ਅਨਮੋਲ ਦਾਤ ਹੈ ਜੀ। ਉਹਨਾਂ ਨੂੰ ਆਪਣੇ ਅੰਦਰ ਵਸਾਉਣ ਨਾਲ ਮਨ ਸਦਾ ਸੁਖ ਭਾਵ ਭਾਣੇ ਵਿੱਚ ਆ ਜਾਂਦਾ ਹੈ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਵਿਦਿਆ ਪੜ੍ਹਨਾ ਸਾਰਿਆਂ ਗਹਿਣਿਆਂ ਦਾ ਸ਼੍ਰੋਮਣੀ ਗਹਿਣਾ ਹੈ। ਵਿਦਵਾਨ ਭਾਵੇਂ ਕਿਤਨਾ ਹੀ ਕਰੂਪ ਕਿਉਂ ਨਾ ਹੋਵੇ, ਵਿਦਿਆ ਦੀ ਬਰਕਤ ਨਾਲ ਉਹ ਸਭਾ ਸੁਸਾਇਟੀ ਵਿੱਚ ਸ਼੍ਰੋਮਣੀ ਸਥਾਨ ਪ੍ਰਾਪਤ ਕਰ ਸਕਦਾ ਹੈ ਜੀ। ਪਰ ਵਿਦਿਆ ਦਾ ਹੰਕਾਰ ਕਰਨਾ ਬਹੁਤ ਬੁਰੀ ਗੱਲ ਹੈ ਜੀ। ਕਿਸੇ ਮਨੁੱਖ ਦਾ ਬਾਹਰਮੁਖੀ ਇਖਲਾਕ ਕਿਤਨਾ ਹੀ ਉੱਚਾ ਹੋਵੇ, ਜੇ ਆਤਮਕ ਜੀਵਨ ਨਹੀਂ ਤਾਂ ਉਸ ਦੇ ਹਿਰਦੇ ਵਿੱਚ ਗੁਰਸ਼ਬਦ ਗੁਰਬਾਣੀ ਦਾ ਸਤਿਕਾਰ ਵੀ ਨਹੀਂ ਹੁੰਦਾ। ਉਸ ਦੇ ਮਨ ਵਿੱਚ ਆਮ ਤੌਰ 'ਤੇ ਹੰਕਾਰ ਆ ਜਾਂਦਾ ਹੈ ਜੀ। ਜਿਹੇ ਮਨੁੱਖ ਦੇ ਇਖਲਾਕ ਦਾ ਕਿਸੇ ਸੁਸਾਇਟੀ ਨੂੰ ਕੋਈ ਲਾਭ ਨਹੀਂ ਪਹੁੰਚਦਾ। ਜਿਹੜਾ ਰੂਹਾਨੀ ਤੌਰ 'ਤੇ ਉੱਚਾ ਹੈ ਪਰ ਜਿਸਮਾਨੀ ਤੌਰ 'ਤੇ ਕਮਜ਼ੋਰ ਹੈ, ਉਹ ਮਨੁੱਖ ਵੀ ਅਧੂਰਾ ਹੀ ਹੈ। ਸੰਤ ਤੇ ਸਿਪਾਹੀ ਵਾਲੇ ਗੁਣਾਂ ਦੀ ਸਾਂਝ ਹੀ ਮਨੁੱਖ ਦਾ ਕਿਰਦਾਰ ਉੱਚਾ ਕਰਦੀ ਹੈ ਜੀ। ਕਿਤਾਬੀ ਵਿਦਿਆ ਨਾਲ ਨਿਰੀਆਂ ਡਿਗਰੀਆਂ ਪ੍ਰਾਪਤ ਕਰਕੇ ਆਪਣੇ ਆਪ ਨੂੰ ਵਿਦਵਾਨਾਂ ਵਿੱਚ ਗਿਣਨਾ ਅਸਲੀਅਤ ਤੋਂ ਪਰੇ ਜਾਣ ਵਾਲੀ ਗੱਲ ਹੈ ਜੀ। ਜੇ ਮਨੁੱਖ ਜਾਤੀ ਦੀ ਸੇਵਾ ਲਈ ਵਿਦਵਾਨ ਕੁਝ ਨਹੀਂ ਕਰ ਸਕਦੇ ਤਾਂ ਅਜਿਹੀ ਵਿਦਿਆ ਦਾ ਕੀ ਲਾਭ। ਪੰਡਤ ਲੋਕ ਸਹੀ ਅਰਥਾਂ ਵਿੱਚ ਉਹੀ ਪੜ੍ਹਿਆ ਹੋਇਆ ਮਨੁੱਖ ਪ੍ਰਵਾਨ ਹੈ ਜੋ ਪਰਉਪਕਾਰੀ ਹੈ, ਜੋ ਗੁਰਮਤਿ ਸਿਧਾਂਤ ਸਮਝਦਾ ਹੈ ਜੀ, ਅਤੇ ਉਹ ਉਸੇ ਅਨੁਸਾਰ ਆਪਣਾ ਜੀਵਨ ਬਤੀਤ ਕਰਦਾ ਹੈ ਜੀ। ਪੰਡਤ ਲੋਕ ਹੋਰਾਂ ਨੂੰ ਉਪਦੇਸ਼ ਦੇਣ ਲਈ ਸ਼ੇਰ ਹਨ, ਪਰ ਆਪਣਾ ਘਰ ਜੋ ਤ੍ਰਿਸ਼ਨਾ ਦੀ ਦਵੈਤ ਭਾਵਾਂ ਦੀ ਅੱਗ ਨਾਲ ਸੜ ਰਿਹਾ ਹੈ, ਵਿਕਾਰਾਂ ਦੀ ਅੱਗ ਨਾਲ ਸੜ ਰਿਹਾ ਹੈ, ਉਸ ਤੋਂ ਉਹ ਬੇਖਬਰ ਹਨ ਜੀ। ਸਾਡਾ ਮੂਲ, ਜਿਸ ਨੂੰ ਅਸੀਂ ਹਉਮੈ ਕਾਰਨ ਵਿਸਾਰ ਦਿੱਤਾ ਹੈ,
ਇੰਦਰੀਆਂ ਦਾ ਵਿਸ਼ਾ ਨਹੀਂ ਹੈ ਜੀ। ਇਹ ਮੁੱਢਲੀ ਸਮਝ ਹੋਣੀ ਚਾਹੀਦੀ ਹੈ ਜੀ। ਇਸ ਲਈ ਹਰ ਨੂੰ ਪਾਉਣ ਦਾ ਵਸੀਲਾ ਕੋਈ ਬਾਹਰੀ ਕਰਮ ਕਾਂਡ ਨਹੀਂ ਹੋ ਸਕਦਾ ਜੀ। ਕੇਵਲ ਗੁਰਸ਼ਬਦ ਗੁਰਬਾਣੀ ਰਾਹੀਂ ਮਨ ਨੂੰ ਆਪਣੇ ਅਸਲ ਦੀ ਪ੍ਰਤੀਤੀ ਹੋ ਸਕਦੀ ਹੈ ਜੀ। ਇਸ ਲਈ ਕਰਮ ਕਾਂਡਾਂ ਨੂੰ ਛੱਡ ਕੇ ਗੁਰਸ਼ਬਦ ਗੁਰਬਾਣੀ ਦਾ ਅਭਿਆਸ ਕਰਨਾ ਚਾਹੀਦਾ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।